ਤੇ ਸਭ ਤੋਂ ਪਹਿਲਾਂ ਜੇ ਅਸੀਂ ਗੱਲ ਕਰੀਏ ਇਸ ਭਗਵਦ ਗੀਤਾ ਦੇ ਵਿੱਚ ਕਿ ਇਹ ਗੀਤਾ ਦੇ ਵਿੱਚ ਭਗਤੀ ਯੋਗ ਦੇ ਬਾਰੇ ਭਗਵਾਨ ਕ੍ਰਿਸ਼ਨ ਅਲਟੀਮੇਟਲੀ ਲੈ ਕੇ ਆ ਰਹੇ ਹਨ। ਜੇ ਵੇਦਾਂ ਦੀ ਗੱਲ ਕਰੀਏ ਤਾਂ 6 ਦਰਸ਼ਨ, 6 ਦਰਸ਼ਨ ਦੇ ਵਿੱਚ ਜਿਸ ਤਰ੍ਹਾਂ ਨਿਆਏ ਹੈ, ਨਿਆਏ ਦੇ ਨਾਲ ਵਿਸ਼ੇਸ਼ਿਕਾ ਹੈ, ਔਰ ਫਿਰ ਕਰਮ ਮੀਮਾਂਸਾ ਦੇ ਨਾਲ वेदांत है, और सांख्य ਦੇ ਨਾਲ योग ਨੂੰ ਵਰਤਿਆ ਜਾਂਦਾ ਹੈ। यानी सांख्य अलग है, योग अलग है। ਇੱਥੇ भगवान कृष्ण ने सांख्य और योग दोनों ਨੂੰ ਇਕੱਠੇ यूज ਕੀਤਾ है कि सांख्य योग। तो सांख्य जो योग है, या कह लो कि सब तो पहला ਅਸੀਂ वर्ड डिफाइन करते कि सांख्य है क्या। सांख्य ਜਿਹੜਾ ਅੱਖਰ ਬਣਿਆ ਉਹ ਬਣਿਆ ਹੈ ਸੰਖਿਆ ਤੋਂ, यानी कि गिनती, या जिस कह लो कि कोई भी जो कोई चीज बनी है है ना, ਉਹਨੂੰ ਅਸੀਂ ਜੇ ਨਿਖੇੜੀਏ, ਅਸੀਂ ਉਹਦੀ ਕੰਪੋਜੀਸ਼ਨ ਦੇਖੀਏ ਕਿਸ ਚੀਜ਼ ਤੋਂ, ਜਿਸ ਤਰ੍ਹਾਂ ਪਾਣੀ ਜੋ ਹੈ H2O ਤੋਂ ਬਣਿਆ ਹੈ, ਜੇ ਉਹਦੇ ਕੰਪੋਨੈਂਟਸ ਅਲੱਗ ਕਰਦੀ ਤਾਂ ਉਹਨੂੰ ਹੋ ਗਿਆ ਗੈਸ, ਆਪਾਂ ਉਹਦੀ ਸੰਖਿਆ ਅਲੱਗ-ਅਲੱਗ ਕਰਦੀ ਹੈ ਨਾ, ਉਹਦੇ ਤੱਤ ਅਲੱਗ-ਅਲੱਗ ਕਰਦੇ। ਇਸੇ ਤਰ੍ਹਾਂ ਜਿਹੜਾ ਸੰਖਿਆ ਯੋਗ ਹੈ ਉਹ ਹੈ ਕਿ ਕਿਸੇ ਵੀ ਵਸਤੂ ਦਾ ਬਹੁਤ ਹੀ ਚੰਗੀ ਤਰ੍ਹਾਂ ਵਿਸ਼ਲੇਸ਼ਣ, यानी ਉਹਦੀ तह तक जाना। और ये जो सांख्य योग है या क्या कहते संख्या दर्शन है, ਅਸੀਂ सांख्य दर्शन ਦੀ ਗੱਲ ਕਰੀਏ ਤਾਂ ਕੁਝ ਦੋ ਤਰ੍ਹਾਂ ਦੇ ਸ਼੍ਰੀਲ ਪ੍ਰਭੂਪਾਦ ਆਪਣੇ ਤਾਤਪਰਯ ਦੇ ਵਿੱਚ, ਟੀਕਾ ਦੇ ਵਿੱਚ ਦੋ ਤਰ੍ਹਾਂ ਦੇ सांख्य योग ਦੇ ਵਰਣਨ ਕਰ ਰਹੇ ਜਾਂ ਦਰਸ਼ਨ ਦੀ ਗੱਲ ਕਰ ਰਹੇ। ਇੱਕ ਹੈ ਆਸਤਿਕ, ਦੂਜਾ ਹੈ ਨਾਸਤਿਕ। ਤਾਂ ਸਭ ਤੋਂ ਪਹਿਲਾਂ ਮੈਂ ਗੱਲ ਕਰਾਂਗਾ ਕਿ नास्तिक सिद्धांत की है, फिर आस्तिक सिद्धांत की है, और ਉਹਦਾ ਭਗਤੀ ਯੋਗ ਦੇ ਵਿੱਚ ਕੀ ਰੋਲ ਹੈ। ਅਲਟੀਮੇਟਲੀ ਤਿੰਨ ਚੀਜ਼ਾਂ ਅਸੀਂ ਅੱਜ ਡਿਸਕਸ ਕਰਨ ਵਾਲੇ ਹਾਂ ਇਸ ਸ਼ਲੋਕ ਤੋਂ। ਔਰ ਚੌਥੀ ਚੀਜ਼ ਹੈ ਕਿ ਬੁੱਧੀ ਯੋਗ, ਕਿ ਬੁੱਧੀ ਯੋਗ ਕੀ ਹੈ। ਅਸਲ ਵਿੱਚ ਇਹ ਜੋ ਚੈਪਟਰ ਹੈ, ਸੈਕਿੰਡ ਚੈਪਟਰ, ਇਹਦੇ 11ਵੇਂ ਤੋਂ ਲੈ ਕੇ 30ਵੇਂ ਸ਼ਲੋਕ ਤੱਕ, 30th ਸ਼ਲੋਕ ਤੱਕ भगवान कृष्ण ने आत्मा ਦੇ ਬਾਰੇ ਗਿਆਨ ਦਿੱਤਾ ਹੈ ਕਿ ਸਰੀਰ ਕੀ ਹੈ, ਆਤਮਾ ਕੀ ਹੈ। ਤਾਂ ਉਸਨੂੰ ਭਗਵਾਨ ਕ੍ਰਿਸ਼ਨ ਕਹਿ ਰਹੇ ਕਿ ਮੈਂ ਤੈਨੂੰ ਹੁਣ ਸੰਖਿਆ ਯੋਗ ਦੱਸਦਾ, ਹੁਣ ਅੱਗੇ ਮੈਂ ਤੈਨੂੰ ਬੁੱਧੀ ਯੋਗ ਦੱਸ ਰਿਹਾ, ਯਾਨੀ ਕਿ ਮੈਂ ਤੈਨੂੰ ਨਿਖੇੜ ਕੇ ਦੱਸਦੀ ਨੌਲੇਜ ਕਿ ਤੂੰ ਕੀ ਚੀਜ਼ ਹੈ। ਅਸਲ ਵਿੱਚ ਅਰਜੁਨ ਜੋ ਹੈ ਉਹ ਲੜਾਈ ਨਹੀਂ ਕਰਨਾ ਚਾਹੁੰਦਾ ਸੀ, ਹੈ ਨਾ। ਅਰਜੁਨ ਨੇ ਕਿਹਾ ਕਿ ਭਗਵਾਨ ਕ੍ਰਿਸ਼ਨ ਮੈਂ ਲੜਾਈ ਨਹੀਂ ਕਰਨਾ ਚਾਹੁੰਦਾ। ਫਸਟ ਚੈਪਟਰ ਦੇ ਵਿੱਚ अर्जुन ने 5 कारण दसे लड़ाई ना करन। पहला सी कंपैशन, कि ਉਹਦੇ मन च दया सी। और भगवान कृष्ण कह रहे हैं कि श्रील प्रभुपाद कह रहे हैं गीता ਦੇ ਵਿੱਚ कि जो एक डिवोटी है ਉਹਦੇ ਵਿੱਚ ਨੈਚੁਰਲੀ ਇੱਕ ਗੁਣ ਹੈ कि ਉਹਦੇ ਵਿੱਚ ਹਮਦਰਦੀ ਹੁੰਦੀ ਹੈ, ਦਇਆ ਹੁੰਦੀ ਹੈ। और ਸੈਕੰਡ ਰੀਜ਼ਨ अर्जुन ने ਦਿੱਤਾ ਸੀ कि जे मेरे सारे भरा, मेरे रिश्तेदार, मेरे दोस्त मर गए तो मैं राजपाट लैके भी की करांगा, मैं किते ना भोगांगा मैं कल्ला। उस सैकंड जो रीजन दिता सी अर्जुन ने युद्ध लड़ाई ना करन दा, उस चीज नूं भगवान कृष्ण इत्थे कट रहे हैं कि अर्जुन नूं कह रहे कि तू एंजॉयमेंट नूं छड्ड, पाप पुण्य नूं छड्ड दे, है ना। तू इस तो ऊपर उठ ते अगे गल कर मेरे नाल। ते उस उदा उत्तर देंदे होए भगवान कृष्ण ने आत्मा का ज्ञान दिता सी कि फर्स्ट क्वेश्चन दा जिस आत्मा का ज्ञान दिता कि भाई तू शरीर दी केयर करी जाना, ਉਹਦੇ ਪਿੱਛੇ मरी जाना है, पर असल ਵਿੱਚ आत्मा है ਉਹਦੇ ਪਿੱਛੇ। ਤਾਂ ਉਹਦਾ ਇੱਕ मतलब कि ज्ञान दिता, आत्म ज्ञान दिता ਉਹਦੀ। और फिर सेकंड एंजॉयमेंट ਦੇ ਬਾਰੇ ਗੱਲ ਕਰੀ ਹੈ अर्जुन ने। ਤਾਂ ਉਸ ਆਰਗੂਮੈਂਟਸ ਨੂੰ, ਉਹਨਾਂ ਦੇ ਰੀਜ਼ਨਸ ਨੂੰ, ਅਰਜੁਨ ਦੇ ਰੀਜ਼ਨਸ ਨੂੰ ਕੱਟਣ ਦੇ ਲਈ ਭਗਵਾਨ ਕ੍ਰਿਸ਼ਨ ਨੇ ਇੱਥੇ ਸੰਖਿਆ ਯੋਗ ਦਿੱਤਾ ਹੈ। ਤਾਂ ਦੋ ਤਰ੍ਹਾਂ ਦੇ ਸੰਖਿਆ ਯੋਗ ਹੈ। ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ? ਸਭ ਤੋਂ ਪਹਿਲਾਂ ਅਸੀਂ ਦੇਖਦੇ ਕਿ ਜੋ ਨਾਸਤਿਕ ਸੰਖਿਆ ਯੋਗ ਹੈ ਉਹਦੇ ਵੀ ਅੱਗੇ ਜਾ ਕੇ ਦੋ ਹਿੱਸੇ ਨੇ। ਇੱਕ ਹੈ ਮਾयावादी ਸੰਖਿਆਵਾਦ और दूजा है संख्या नास्तिक संख्या। मतलब दोनों में कुछ सटल डिफरेंस है। और थर्ड कैंटो दे विच, भागवतम दे थर्ड कैंटो दे विच
ਭਗਵਾਨ ਕ੍ਰਿਸ਼ਨ ਸੌਰੀ ਲਾਰਡ ਕਪਿਲਾ ਨੇ सांख्य योग ਦੇ ਬਾਰੇ ਵਰਣਨ ਕੀਤਾ ਹੈ। सब तो पहला ਅਸੀਂ ਜਾਣਦੇ ਕਿ सांख्य है क्या। सांख्य है कि जो प्रकृति है पूरी पूरी सृष्टि बनी हुई है ਤਾਂ ਉਹਦੇ ਕਿਹੜੇ-ਕਿਹੜੇ ਤੱਤ ਨੇ, ਮਤਲਬ ਉਹਦੀ ਕਲਾਸੀਫਿਕੇਸ਼ਨ ਕੀਤੀ ਹੋਈ ਹੈ, ਕੈਟੇਗਰਾਈਜੇਸ਼ਨ ਕੀਤੀ ਹੋਈ ਹੈ, ਉਹਦੇ ਕੰਪੋਨੈਂਟਸ ਕੀ ਹੈ ਉਹਦੇ ਬਾਰੇ ਗੱਲ ਕਰੀ ਹੋਈ ਹੈ। ਜਿਸ ਤਰ੍ਹਾਂ ਕੋਈ ਬੋਟਨੀ ਦਾ ਸਟੂਡੈਂਟ ਹੈ ਮੰਨ ਲਓ, ਤਾਂ ਉਹ ਪੜ੍ਹਦਾ ਹੈ ਕਿ ਇੰਨੇ ਤਰ੍ਹਾਂ ਦੇ ਪਲਾਂਟਸ ਹੁੰਦੇ ਹੈ, ਇੰਨੇ ਤਰ੍ਹਾਂ ਦੇ ਪੱਤੇ ਹੁੰਦੇ ਹੈ, ਜਾਂ ਅਸੀਂ ਜਾਨਵਰਾਂ ਬਾਰੇ ਪੜ੍ਹਦੇ ਹਾਂ ਕਿ ਕਿਸ ਤਰ੍ਹਾਂ ਦੇ ਅਲੱਗ-ਅਲੱਗ ਤਰ੍ਹਾਂ ਦੇ ਜਾਨਵਰ ਹੈ, ਉਹਦੀ ਕਲਾਸੀਫਿਕੇਸ਼ਨ ਕੀਤੀ ਗਈ ਹੈ। ਉਸੇ ਤਰ੍ਹਾਂ ਜੋ ਸੰਖਿਆਵਾਦ ਹੈ ਉਹਦੇ ਵਿੱਚ ਜੋ ਮੈਟੀਰੀਅਲ ਨੇਚਰ ਹੈ, ਪ੍ਰਕਿਰਤੀ, प्रा मतलब होता है पहला, कृति मतलब क्रिएशन, यानी क्रिएशन तो पहले की सी। तो 24 एलिमेंट्स, 24, कुछ कहने भी विद्वान 25, कुछ कहने 24। ते असी गल कर रहे हैं आज सब तो पहला 24 एलिमेंट्स केड़े-केड़े ने उन्हां दे बारे। तो ये लगभग ज्यादातर डिवोटीज नूं पता भी है कि केड़े-केड़े एलिमेंट्स ने। लाइक पंज ने जो की कहते हैं संख्या योग ਦੇ ਵਿੱਚ आने पंज तत्व। वेद ਜਿਹੜੇ हैं वो चल रहे हैं कि नेति नेति, कि मैं ये नहीं हाँ, ये नहीं हाँ, ये नहीं हाँ। और संख्या योग कहता है कि तुसी आवाज हो, नहीं मैं आवाज नहीं हाँ, मैं उस तो डिफरेंट। देन फिर वो कहने कि तुसी स्मैल हो, नहीं नहीं मैं स्मैल भी नहीं, आई एम समथिंग डिफरेंट। तो इस तरह जो इन्होंने कहते हैं कि अलग अलग एलिमेंट्स हैं, है ना। तो सांख्य योग 20 एलिमेंट्स के बारे फर्स्ट कंसीडर करता है कि पहले है पंच महाभूत तत्व है। पंच महाभूत केड़े-केड़े सी? आकाश यानी आसमान, हवा, अग, पानी ते धरती। और एक क्रिएशन जो सांख्य योग है ये दसदा है कि पहले एलिमेंट्स केड़े-केड़े सी, तत्त केड़े-केड़े सी, फिर उहदी क्रिएशन किस तरह होई, उन्हां दा आपस दे विच रिएक्शन किस तरह होया। जिस तरह मान लो कि बेसिक 3 कलर्स है RGB, रेड ग्रीन एंड ब्लू। तो इन्हां तो ही डिफरेंट, इन्हां नूं अगर असीं मिला दईए तां वख-वख कलर्स बनदे, अलग-अलग रंग बनदे हैं। तां कंप्यूटर ते जिस तरह आपां कह दईए या कोई पेंटिंग है उहदे विच बेसिक 3 कलर्स हुंदे हैं। उसे तरह जदों इस सृष्टि की रचना हुई तो उस टाइम केड़े-केड़े एलिमेंट्स, तो 24 एलिमेंट्स सी, उन्होंने मिक्स करके अलग-अलग चीज़ां बनियां। तो 24 एलिमेंट्स केड़े हैं? पहले है आकाश, फिर आकाश तो आया शब्द, आवाज तुसी कह सकते हो, शब्द आया। वायु तो आया स्पर्श, और फिर अग्नि तो आया रूप, अग तो। देन जल तो आया रस, और पृथ्वी तो आया गंध यानी कि स्मेल। ये टोटल हो गए 10, यानी कि 5 हो गए महाभूत तत्व, 5 हो गई तन मात्रावां, और फिर उहदे बाद 5 ने साडियां कर्म इंद्रियां, यानी जिहदे नाल असीं काम करदे। लाइक वाक असीं बोलदे हां जिहदे नाल, पानी यानी हथ जिहदे नाल असीं काम करदे हां, पाद यानी जिहदे नाल असीं चलदे हां, पायु जिन्ना असीं अपना मल विसर्जन करते हैं, और उपस्थ की पायु मतलब जनेंद्रियां, और उपस्थ यानी कि जो असीं अपना मल बाहर। और फिर 5 ने साडियां ज्ञान इंद्रियां, जिन्हां नाल असीं नॉलेज लैंदे, ज्ञान लैंदे, संसार बारे जानते हैं। जिस तरह अखां हो गई, नक होगी, कन्न हो गए, जीभ होगी, और स्किन होगी, त्वचा। तो ये टोटल जिहड़े तत्त ने ये हो गए 20 तत्त। 5 महाभूत तत्व, 5 तन्मात्रावां, 5 कर्म इंद्रियां, 5 ज्ञान इंद्रियां, टोटल हो गई 20। देन 20 तो बाद एक साडा है मन, 21वां, और उहदे बाद है बुद्धि यानी कि साडी इंटैलीजेंस, दिमाग, और मन बुद्धि, फिर है अहंकार, कमांड साडा अहंकार। ये 23 तत्व हो गए। और 24वां तत्व साडा जो तत्व है वो है आत्मा, एंड 25वां है परमात्मा या ईश्वर। तो इधर जो सांख्य योग है वो गल करता है कि पहले केड़ा तत्व आया, केड़े तत्व नाल की रिएक्शन होया, किस तरह होया,
ਔਰ ਥਰਡ ਕੈਂਟੋ ਦੇ ਵਿੱਚ ਇਹਦੀ ਪੂਰੀ ਜੋ ਹੈ ਡਿਟੇਲ ਦੇ ਵਿੱਚ ਚਰਚਾ ਕੀਤੀ ਗਈ ਹੈ। ਜਾਂ ਤੁਸੀਂ ਇਹ ਕਹਿ ਲਓ ਕਿ ਜੋ सांख्य योग नास्तिक सांख्य योग है ਉਹ ਗੱਲ ਕਰਦਾ ਹੈ ਕਿ ਪ੍ਰਕਿਰਤੀ ਜੋ ਹੈ ਅਸਲ ਵਿੱਚ ਪਹਿਲਾਂ ਅਸੀਂ ਨਾਸਤਿਕ ਜੇ ਸਿਧਾਂਤ ਦੀ ਗੱਲ ਕਰੀਏ, ਨਾਸਤਿਕ सांख्य ਦੀ ਗੱਲ ਕਰੀਏ। सांख्य योग ਆਇਆ कपिल देव ਤੋਂ। दो कपिल देव ਹੋਏ, ਇੱਕ ਆਸਤਿਕ ਔਰ ਇੱਕ ਨਾਸਤਿਕ। ਆਸਤਿਕ ਜੋ ਵਿਸ਼ਨੂੰ ਦੇ ਅਵਤਾਰ ਹੈ, ਸ਼੍ਰੀਮਦ ਭਾਗਵਤਮ ਦੇ ਵਿੱਚ ਉਹਨਾਂ ਦਾ ਵਰਣਨ ਹੈ। ਉਹਨਾਂ ਨੂੰ ਭਗਵਾਨ ਵਿਸ਼ਨੂੰ ਦਾ ਅਵਤਾਰ ਮੰਨਿਆ ਜਾਂਦਾ ਹੈ, ਜੋ ਦੇਵਹੂਤ ਦੇ ਪੁੱਤਰ ਹੈ। ਔਰ ਇੱਕ ਨਾਸਤਿਕ ਕਪਿਲ ਹੋਏ ਹੈ, ਜਿਨ੍ਹਾਂ ਦਾ ਸਿਧਾਂਤ ਅੱਜਕੱਲ ਫੇਮਸ ਹੈ, ਜਾਂ ਅੱਜਕੱਲ ਸੰਸਾਰ ਦੇ ਵਿੱਚ ਲੋਕੀ ਜੋ सांख्य योग ਹੈ ਉਹਨਾਂ ਦੇ ਨਾਮ ਤੋਂ ਜਾਣਦੇ ਆ, ਉਹਨਾਂ ਦੀ ਫਿਲਾਸਫੀ ਨੂੰ ਜਾਣਦੇ ਆ। आस्तिक फिलॉसफी ਨੂੰ ਜ਼ਿਆਦਾਤਰ नहीं जानते। तो जो नास्तिक सिद्धांत है, जो कपिल मुनि जो नास्तिक है, नास्तिक कपिल है, वो कहना है कि एक्चुअली जो नेचर है, प्रकृति है, संसार है, वो अपने आप चल रहा है। ਉਹਦੇ ਚ ਈਸ਼ਵਰ ਦਾ ਕੋਈ ਰੋਲ ਨਹੀਂ ਹੈ, ਈਸ਼ਵਰ ਹੈ ਹੀ ਨਹੀਂ, ਅਸੀਂ ਮੰਨਦੇ ਹੀ ਨਹੀਂ ਵੀ ਇੱਕ ਪ੍ਰਕਿਰਤੀ ਹੈ। ਜਾਂ ਇੱਕ ਜਿਸ ਤਰ੍ਹਾਂ ਇੱਕ ਮੰਨ ਲਓ ਕਿ ਗਊ ਹੈ, ਉਹ ਘਾਹ ਖਾਂਦੀ ਹੈ, ਦੁੱਧ ਦਿੰਦੀ ਹੈ, बस ਉਹਦੀ ਮਸ਼ੀਨ ਕੰਮ ਕਰ ਰਹੀ ਹੈ, ਉਹ ਆਪਣੇ ਬੱਚੇ ਵੀ ਪੈਦਾ ਕਰ ਰਹੀ ਹੈ। ਔਰ ਪਰ ਕੁਐਸਚਨ ਇਹ ਹੈ ਕਿ ਜੇ ਇੱਕ ਗਊ ਘਾਹ ਖਾਣ ਨਾਲ ਦੁੱਧ ਦੇ ਰਹੀ ਹੈ, ਤਾਂ ਅਸੀਂ ਜਦੋਂ ਘਾਹ ਖਾਂਦੇ ਹਾਂ ਸਾਡੇ ਕੋਲ ਦੁੱਧ ਕਿਉਂ ਨਹੀਂ ਆਉਂਦਾ? ਜਾਂ ਹੋਰ ਕੋਈ ਜਾਨਵਰ ਤੋਂ ਦੁੱਧ ਕਿਉਂ ਨਹੀਂ ਨਿਕਲਦਾ? ਸ਼ੇਰ ਤੋਂ ਦੁੱਧ ਕਿਉਂ ਨਹੀਂ ਨਿਕਲਦਾ? ਤਾਂ ਜਾਂ ਉਸਨੂੰ ਇਸ ਤਰ੍ਹਾਂ ਬਣਾਇਆ ਹੀ ਕਿਉਂ ਗਿਆ ਗਊ ਨੂੰ? ਤਾਂ ਇਹ ਇੱਕ ਕੁਐਸਚਨ ਹੈ ਜੋ ਨਾਸਤਿਕ ਸੰਖਿਆਵਾਦ ਹੈ। ਹੋਰ ਵੀ ਬਹੁਤ ਸਾਰੇ ਰੀਜ਼ਨਸ ਹੈ। और ਇਹਦੇ ਬਾਅਦ ਜਾਂ सांख्य ਇੱਕ ਹੋਰ ਕਹਿੰਦਾ ਕਿ जीरो ਤੋਂ जीरो ਆਉਂਦੀ ਹੈ। नास तो विद्यते श्लोक है, नास ते विद्यते भावो ना भावो विद्यते सा, कि जो नहीं सी वो कदे नहीं होएगा, जो है वो हमेशा। भगवद गीता का सिद्धांत भी है कि जीरो तो जीरो आएगी, यानी जे कुछ नहीं है तो कुछ नहीं आएगा, जे एक है तो एक आएगा। जे ਉਹਦੇ ਚ ਜਾਂ ਪਾਣੀ ਦੇ ਵਿੱਚੋਂ ਘਿਓ ਕਦੋਂ ਨਹੀਂ ਨਿਕਲ ਸਕਦਾ, ਲੇਕਿਨ ਦੁੱਧ ਦੇ ਵਿੱਚੋਂ ਅਸੀਂ ਘਿਓ ਕੱਢ ਸਕਦੇ ਕਿਉਂਕਿ ਦੁੱਧ ਦੇ ਵਿੱਚ ਘਿਓ ਹੈ। ਤਾਂ ਇਹ ਜੋ ਹੈ सांख्य दर्शन क्रिएशन ਦੇ ਬਾਰੇ ਹੈ ਬੇਸਿਕਲੀ, ਕਿ ਪ੍ਰਕਿਰਤੀ ਦੇ ਤਿੰਨ ਗੁਣ ਹੈ। ਉਹਦੇ ਬਾਅਦ ਤਿੰਨ ਗੁਣ ਦੇ ਵਿੱਚ ਹੈ ਰਜੋਗੁਣ, ਜਿਹਨੂੰ ਉਹ ਪ੍ਰਕਾਸ਼ ਕਹਿੰਦੇ ਹਨ। ਦੈਨ ਰਜੋਗੁਣ ਹੈ ਜੋ ਐਕਟੀਵੇਟ ਕਰਦਾ ਹੈ। ਤਮੋਗੁਣ ਹੈ ਕਿ ਜਦੋਂ ਤੁਸੀਂ ਥੱਕ ਕੇ ਕੰਮ ਕਰਕੇ ਤਾਂ ਰੈਸਟ ਕਰਨ ਲਈ ਤਮੋਗੁਣ ਹੈ। ਔਰ ਪੁਰੁष ਕੀ ਹੈ? ਉਹ ਚੇਤਨਾ ਹੈ। ओके, ਤਾਂ ਉਹਦੇ ਵਿੱਚ ਪੁਰਸ਼ ਜੋ ਹੈ ਯਾਨੀ ਕਿ ਈਸ਼ਵਰ ਜੋ ਹੈ, ਉਹ ਕਹਿੰਦਾ ਉਹਦਾ ਕੋਈ ਰੋਲ ਨਹੀਂ ਪ੍ਰਕਿਰਤੀ ਦੇ ਵਿੱਚ। ਚੇਤਨਾ ਜੋ ਹੈ ਜਾਂ ਪ੍ਰਕਿਰਤੀ ਜੋ ਹੈ, ਬਸ ਉਹ ਸਾਰਾ ਕੁਝ ਕਰ ਰਹੀ ਹੈ, ਉਹਦੇ ਕੰਪੋਨੈਂਟਸ ਹੈ। ਔਰ ਅੱਜਕੱਲ ਦਾ ਜੋ ਵਿਗਿਆਨ ਹੈ ਉਹ ਇਸ ਨਾਸਤਿਕ सांख्य ਦੇ ਉੱਪਰ ਡਿਪੈਂਡੈਂਟ ਹੈ। ਜਾਂ ਇਸ ਤਰ੍ਹਾਂ ਕਹਿ ਲਓ ਕਿ ਜੋ ਅੱਜਕੱਲ ਦੇ सांख्य ਦੀ ਫਿਲਾਸਫੀ ਹੈ, ਸੌਰੀ ਵਿਗਿਆਨ ਦੀ ਜੋ ਫਿਲਾਸਫੀ ਹੈ, ਸਾਇੰਸ ਦੀ ਫਿਲਾਸਫੀ, ਉਹ ਨਾਸਤਿਕ सांख्य ਦੇ ਉੱਪਰ टिकी हुई है। और ਇਹਦੇ ਵਿੱਚ ਕੀ ਹੈ ਕਿ ਪ੍ਰਕਿਰਤੀ ਇੱਕ ਹੋਰ ਹੈ ਕਿ ਮਾਇਆਵਾਦ सांख्य, ਇਹ ਹੁਣ ਸੈਕਿੰਡ ਹੈ। ਇੱਕ ਤਾਂ ਹੋ ਗਿਆ सांख्यवाद यानी कि ਉਹਦੇ ਚ ਅਸੀਂ ਤੱਤਾਂ ਦਾ ਵਰਣਨ ਕਰਦੇ ਹਾਂ, 24 ਐਲੀਮੈਂਟਸ ਹੈ। ਔਰ ਨਾਸਤਿਕ ਵਿੱਚ ਕੀ ਹੈ ਕਿ ਉਹ ਆਤਮਾ ਨੂੰ ਮੰਨਦੇ, ਪਰਮਾਤਮਾ ਨੂੰ ਨਹੀਂ ਮੰਨਦੇ, ਈਸ਼ਵਰ ਦੇ ਰੋਲ ਨੂੰ ਨਹੀਂ ਮੰਨਦੇ। ਮਾਇਆਵਾਦੀ ਜੋ सांख्य योग है वो कहते हैं कि ईश्वर है, पुरुष है, लेकिन पुरुष जो है प्रकृति के ऊपर डिपेंडेंट है। यानी कि एक अंधा एक लंगड़ा, यानी कि प्रकृति अपने आप ਨੂੰ प्रगट करना चाहती है और पुरुष ये जानना चाहता है कि मैं है क्या। तो वो कुछ साधन खोजता है। तो ਜਦੋਂ दोनों मिलते हैं, यानी कि अंधा एक लंगड़ा है, ਜਦੋਂ दोनों मिलते हैं तो फिर प्रकृति बनती है। और फिर जो पुरुष है या आत्मा या जीव तत्व है, क्योंकि मायावाद दर्शन की है, वो कहना भी परमात्मा जो है वो ਅਸੀਂ ਆਪ ईश्वर है, लेकिन ਅਸੀਂ ਭੁੱਲ गए हैं। और ਜਦੋਂ ਅਸੀਂ ਆਪਣੀ ਯਾਦਾਸ਼ਤ ਨੂੰ ਵਾਪਸ ਆ ਜਾਏਗੀ, ਅਸੀਂ ਆਪ ਈਸ਼ਵਰ ਬਣ ਜਾਵਾਂਗੇ ਤੇ ਲੀਨ ਹੋ ਜਾਵਾਂਗੇ ਪਰਮਾਤਮਾ ਦੇ ਵਿੱਚ। ਦੈਟ ਇਜ਼ ਕਾਲਡ ਮਾਇਆ। ਤਾਂ ਉਹ ਉਹਨਾਂ ਦਾ ਸਿਧਾਂਤ ਕੀ ਹੈ ਕਿ ਪੁਰਸ਼ ਜਿਹੜਾ ਹੈ ਉਹ ਪ੍ਰਕਿਰਤੀ ਨਾਲ ਆਕਰਸ਼ਿਤ ਹੋ ਜਾਂਦਾ ਹੈ, ਕਿਉਂਕਿ ਉਹ ਸੋਹਣੇ ਸੋਹਣੇ
ਰੰਗ ਪੇਸ਼ ਕਰਦੀ ਹੈ, ਸੋਹਣੇ ਸੋਹਣੇ ਡਾਂਸ ਪੇਸ਼ ਕਰਦੀ ਹੈ, ਤਾਂ ਉਹਦੇ 'ਚ ਹੀ ਉਹ ਖੋ ਜਾਂਦਾ, ਤਾਂ ਉਹਨੂੰ ਲੱਗਦਾ ਕਿ ਮੈਂ ਇਹੀ ਚੀਜ਼ ਹੈ, ਔਰ ਫਿਰ ਉਹ ਦੁੱਖ ਭੋਗਦਾ ਹੈ। ਜਿਸ ਤਰ੍ਹਾਂ ਉਹ ਇੱਕ ਐਗਜ਼ਾਮਪਲ ਦਿੱਤਾ ਜਾਂਦਾ ਹੈ ਮਾਇਆਵਾਦ ਸੰਖਿਆ ਦੇ ਵਿੱਚ, ਕਿ ਜਿਸ ਤਰ੍ਹਾਂ ਮੰਨ ਲਓ ਸ਼ੀਸ਼ਾ ਹੈ, ਕੋਈ ਸ਼ੀਸ਼ੇ 'ਚ ਕਾਲਾ ਬੰਦਾ ਆ ਜਾਵੇ ਦੇਖਣ ਆਪਣਾ, ਤਾਂ ਸ਼ੀਸ਼ੇ ਨੂੰ ਲੱਗੇਗਾ ਕਿ ਮੈਂ ਕੀ ਹਾਂ, ਇੱਕ ਕਾਲਾ ਆਦਮੀ ਹਾਂ, ਕਿਉਂਕਿ ਫਿਰ ਗੋਰਾ ਆ ਜਾਏਗਾ ਤਾਂ ਗੋਰਾ ਦਿਖੇਗਾ। ਤਾਂ ਉਹ ਉਹਦੇ ਨਾਲ ਜਦੋਂ ਆਪਣੇ ਆਪ ਨੂੰ ਰਿਲੇਟ ਕਰਦਾ ਹੈ ਕਿ ਮੈਂ ਉਹੀ ਚੀਜ਼ ਹਾਂ, ਤਾਂ ਉਹਨੂੰ ਸੁੱਖ ਔਰ ਦੁੱਖ ਮਿਲਦਾ ਹੈ। ਜਿਸ ਦਿਨ ਉਹ ਰਿਲੇਟ ਕਰਨਾ ਛੱਡ ਦੇਗਾ ਤਾਂ ਉਹ ਮੁਕਤ ਹੋ ਜਾਏਗਾ। ਇਹ ਮਾਇਆਵਾਦ ਦਾ ਸੰਖਿਆ ਸਿਧਾਂਤ ਹੈ। ਤਾਂ ਸੰਖਿਆ ਦਾ ਮਤਲਬ ਹੋ ਗਿਆ ਗਣਕ, ਤत्व ਗਣਕ। ਤत्व ਗਣਕ ਹੋ ਗਿਆ ਕਿ ਤੱਤਾਂ ਨੂੰ ਗਿਣਨਾ, ਵੀ ਕਿੰਨੇ ਐਲੀਮੈਂਟ ਹੈ, 1 2 3 4 5। ਮੈਂ ਇਹ ਨਹੀਂ ਹਾਂ, ਮੈਂ ਮਾਤਰਾ ਮਤਲਬ ਮੈਂ ਕਰਮ ਇੰਦਰੀਆਂ ਨਹੀਂ ਹਾਂ, ਮੈਂ ਗਿਆਨ ਇੰਦਰੀਆਂ ਨਹੀਂ ਹਾਂ, ਮੈਂ ਪੰਜਮਾਂ ਭੂਤ ਤत्व नहीं हाँ, तन मात्रावां नहीं हाँ, अहंकार नहीं हाँ, मन नहीं हाँ, बुद्धि नहीं हाँ, नैति नैति। और भगवान कृष्ण भगवद गीता ਦੇ ਵਿੱਚ कह रहे हैं कि सिद्धा नाम कपिलो मुनि, कि मैं कपिलो मुनि यानी कि सिद्धां ਦੇ ਵਿੱਚ ਜਿਹੜੇ ਸਿੱਧ ਪੁਰਸ਼ ਨੇ ਉਹਨਾਂ ਦੇ ਵਿੱਚ ਕਪਿਲ ਹੈ, ਯਾਨੀ ਕਿ ਕਪਿਲ ਨੂੰ ਸਿੱਧ ਪੁਰਸ਼ ਕਿਹਾ ਗਿਆ ਹੈ ਮੁਨੀਆਂ ਦੇ ਵਿੱਚ ਸਿੱਧ। ਔਰ ਇੱਥੇ ਨਾਸਤਿਕ ਕਪਿਲ ਦੀ ਗੱਲ ਨਹੀਂ ਹੋ ਰਹੀ, ਆਸਤਿਕ ਕਪਿਲ ਦੀ ਗੱਲ ਹੋ ਰਹੀ ਹੈ। ਤਾਂ ਉਹਨਾਂ ਦਾ ਜੋ ਸਿਧਾਂਤ ਹੈ, ਔਰ ਉਹਨਾਂ ਦੇ ਦੋ ਡਿਸਾਈਪਲ ਹੋਏ ਹਨ ਜੋ ਆਸਤਿਕ ਕਪਿਲ ਮੁਨੀ ਹੈ। ਇੱਕ ਸੀ ਉਹਨਾਂ ਦੇ ਸ਼ਿਸ਼ਟ ਚੇਲੇ ਦਾ ਨਾਮ ਆਸੁਰੀ, ਦੂਜੇ ਉਹਨਾਂ ਦੇ ਚੇਲੇ ਹੋਏ ਪੰਜ ਸ਼ਿਖਾਚਾਰ। ਔਰ ਸ਼ਵੇਤਾਸ਼ਵਰ ਉਪਨਿਸ਼ਦ ਦੇ ਵਿੱਚ ਵੀ ਸੰਖਿਆ ਯੋਗ ਦੀ ਗੱਲ ਹੋਈ ਹੈ। तो और सांख्य योग तो वेस्टर्न्स भी बहुत ज्यादा प्रभावित हुए हैं, जिस तरह पाइथागोरस एंड प्लेटाइनस। और सांख्य योग यानी कि एक बहुत पुराना दर्शन, बहुत ही क्योंकि उपनिषद में भी इसका वर्णन आ रहा है। और ये 5 सिद्धांत है। एक है सत कार्यवाद, जो नास्तिक सांख्यवाद है उदे चाहता है असत कार्यवाद। सत कार्यवाद होता है कि जो भी कुछ हो रहा है वो ईश्वर के राही हो रहा है। असत कार्यवाद की ईश्वर नहीं कर रहा नास्तिक। आस्तिक हो गया सत कार्यवाद कि ईश्वर कर रहा है। और दूसरा सिद्धांत जो सांख्यवाद का है वो है द्वैतवाद, यानी एक प्रकृति है और पुरुष है। और जो नास्तिक सिद्धांत मायावाद सिद्धांत है वो कहते हैं अद्वैतवाद। और फिर त्रिविध दुख, ये तो मायावादी भी मानते हैं और वैष्णव भी मानते हैं, और कि 3 दुख हैं, आदि भौतिक, आदि आत्मिक, आदि दैविक। ये 3 दुख जड़े हैं संसार के विच सानू मिल रहे हैं, एक देवी देवताओं द्वारा, जिस तरह भूकंप हो गया, भूचाल हो गया, एक दूजे जीवां दे राही, जिस तरह मच्छर हो गए या कोई अपन गाला कट गया या कोई एक्सीडेंट हो गया। एंड आदि आत्मिक, अपने आप, अपने शरीर तो, अपने मन तो दुख। और पंजवा जो है विकासवाद, कि क्रिएशन किस तरह हो, स्ट्रक्चर किस तरह बने। और 25 तत्व, 25 तत्व जेडे ये तत्तां दा वर्णन है, ये सारा जो सिद्धांत है यह है सांख्यवाद, जिदी भगवान कृष्ण कह रहे हैं कि मैं वर्णन किया है 11वें श्लोक तो लेके 2nd चैप्टर के 3वें श्लोक तक सांख्यवाद। हुण इन्नी ज्यादा फिलॉसफी है, इन्ना कुछ है, ये देन दा कारण की है, ये क्यों भगवान कृष्ण इन्ना डिटेल दे विच जा रहे हैं। सीधा कह देंगे कि अर्जुन तू बस मेरी गल मान लै, मेरी भक्ति करना है, बाकी कुछ नहीं करना, है ना। एक्चुअली भगवान कृष्ण कह रहे हैं कि अपनी इंटैलीजेंस बुद्धि मेरे लिए उपयोग कर। और इहदा कारण एक होर भी है कि मान लो कि तुसी किसी जेल दे विच बंद हो, जिस तरह असीं श्रील प्रभुपाद दी किताबां विच भी पढ़िया कि असीं इस धरती दे इस संसार दे विच बंद है ना। और इहदी जो धात्री है, जो इनू सुपरिटेंडेंट है, वो है दुर्गा देवी। यानी एक दुर्ग है, यानी एक किला है, जेल है जिहदे च असीं बंद है। और त्रिशूल, दुर्गा देवी के हाथ एक त्रिशूल है जो सानू 3 ताप दे रही है कि तुसीं इत्थे रहोगे तुहानू मैं मारांगी, 3 ताप 3 दुख देवांगी, और इत्थों तुसीं निकलो, है ना। और टेस्ट पास करना पड़ेगा उधर। लेकिन इस दुर्ग, इस जेल तो निकलने लिए सानू पता तो होना चाहिए ना भी बनिया किस तरह है, काम किस तरह करता है, तां ही निकल सकते हैं, नहीं तो निकलिया नहीं जा सकता इहदे च। जिस तरह जेल दे जब तक तुहानू नियम नहीं पता, तुसीं नियम तोड़ोगे तुहानू होर ज़्यादा सज़ा मिलेगी।
ਜਾਂ ਜੇਲ੍ਹ ਤੋਂ ਨਿਕਲਣ ਦੇ ਲਈ ਸਾਨੂੰ ਉਸ ਜੇਲ੍ਹ ਦਾ ਸਟਰਕਚਰ, ਉਹਦੇ ਨਿਯਮ ਪਤਾ ਹੋਣੇ ਚਾਹੀਦੇ, ਕਾਇਦੇ ਪਤਾ ਹੋਣੇ ਚਾਹੀਦੇ, ਤਾਂ ਹੀ ਅਸੀਂ ਉਸ ਜੇਲ੍ਹ ਦੇ ਵਿੱਚੋਂ ਬਾਹਰ ਆ ਸਕਦੇ ਹਾਂ। ਤਾਂ ਇਹ ਇੱਕ ਰੀਜ਼ਨ ਹੈ ਕਿ ਭਗਵਾਨ ਕ੍ਰਿਸ਼ਨ ਸਾਨੂੰ ਦੱਸ ਰਹੇ ਕਿ ਸਾਡੀ ਕੰਪੋਜੀਸ਼ਨ ਕੀ ਹੈ। ਦੂਜਾ, ਭਗਵਾਨ ਕ੍ਰਿਸ਼ਨ ਇਸ ਦੇ ਸੰਖ ਯੋਗ ਦਾ ਕਾਰਨ ਇੱਕ ਹੋਰ ਦੇ ਰਹੇ ਕਿ ਕਿਉਂ ਦੱਸੀ ਜਾ ਰਹੀ ਹੈ ਕਿ ਜਦ ਤੱਕ ਅਸੀਂ ਪੇਂਟਿੰਗ ਨੂੰ ਐਪਰੀਸ਼ੀਏਟ ਨਹੀਂ ਕਰ ਸਕਦੇ ਤਾਂ ਅਸੀਂ ਪੇਂਟਰ ਨੂੰ ਕਦੇ ਐਪਰੀਸ਼ੀਏਟ ਨਹੀਂ ਕਰ ਸਕਾਂਗੇ। ਅਸੀਂ ਭਗਵਾਨ ਕ੍ਰਿਸ਼ਨ ਨੂੰ ਜਾਂ ਜੋ ਇਹਦਾ ਬਣਾਉਣ ਵਾਲਾ ਹੈ, ਈਸ਼ਵਰ ਹੈ, ਉਹਨੂੰ ਅਸੀਂ ਕਦੇ ਵੀ ਐਪਰੀਸ਼ੀਏਟ ਨਹੀਂ ਕਰ ਸਕਦੇ, ਉਹਦੀ ਮਹਾਨਤਾ ਕਦੇ ਨਹੀਂ ਪਤਾ ਕਰ ਸਕਦੇ ਜਦ ਤੱਕ ਸਾਨੂੰ ਉਹਦੀ ਕ੍ਰੀਏਸ਼ਨ ਦੇ ਬਾਰੇ ਨਹੀਂ ਪਤਾ, ਉਹ ਕਿਸ ਤਰ੍ਹਾਂ ਕੰਮ ਕਰ ਰਹੀ ਹੈ, ਉਹ ਕਿੰਨੀ ਮਹਾਨ ਹੈ। ਔਰ ਇਸੇ ਚੀਜ਼ ਨੂੰ ਲੈ ਕੇ ਭਗਵਾਨ ਕ੍ਰਿਸ਼ਨ ਨੇ ਇੰਨੀ ਡਿਟੇਲ ਦਿੱਤੀ ਹੈ ਔਰ ਸੰਖਿਆ ਯੋਗ ਕਿ ਅਸੀਂ ਐਪਰੀਸ਼ੀਏਟ ਕਰ ਸਕੇ ਕਿੰਨਾ ਗੁੰਝਲਦਾਰ ਸਟਰਕਚਰ ਬਣਿਆ ਹੋਇਆ ਹੈ, ਇਹ ਸੰਸਾਰ ਕਿੰਨਾ ਗੁੰਝਲਦਾਰ ਹੈ ਔਰ ਕਿੰਨਾ ਕੰਪਲੈਕਸ ਹੈ। ਜਿਸ ਤਰ੍ਹਾਂ ਮੰਨ ਲਓ ਕੋਈ ਪੇਂਟਿੰਗ ਹੈ ਜਾਂ ਕੋਈ ਕਲਾਸਿਕਲ ਮਿਊਜ਼ਿਕ ਹੈ, ਅਸੀਂ ਉਹਨੂੰ ਐਪਰੀਸ਼ੀਏਟ ਨਹੀਂ ਕਰ ਸਕਦੇ। ਜੇ ਅਸੀਂ ਇੱਕ ਵਾਰ ਸਮਝ ਜਾਈਏ ਵੀ ਹੈ ਕੀ ਚੀਜ਼, ਫਿਰ ਸਾਡਾ ਮਨ ਕਰੇਗਾ ਯਾਰ ਬਹੁਤ ਹੀ ਅੱਛਾ ਮਿਊਜ਼ਿਕ ਹੈ, ਕਿਹਨੇ ਬਣਾਇਆ, ਕੌਣ ਹੈ ਇਹਦੇ ਪਿੱਛੇ, ਜਾਂ ਬਹੁਤ ਸੋਹਣੀ ਪੇਂਟਿੰਗ ਹੈ, ਕਿਸਨੇ ਬਣਾਈ ਹੈ, ਅਸੀਂ ਉਹਨੂੰ ਮਿਲਣਾ ਚਾਹੁੰਦੇ ਹਾਂ। ਤਾਂ ਇਹ ਸਾਰੀਆਂ ਚੀਜ਼ਾਂ ਉਦੋਂ ਹੋ ਸਕਦੀਆਂ ਜਦੋਂ ਅਸੀਂ ਕਿਸੇ ਚੀਜ਼ ਨੂੰ ਐਪਰੀਸ਼ੀਏਟ ਕਰੀਏ, ਫਿਰ ਅਸੀਂ ਉਸ ਬਣਾਉਣ ਵਾਲੇ ਨੂੰ ਵੀ ਪੁੱਛਾਂਗੇ ਤੇ ਉਹਨੂੰ ਐਪਰੀਸ਼ੀਏਟ ਕਰਾਂਗੇ। ਤਾਂ ਇੱਥੇ ਸੰਖਿਆ ਯੋਗ ਭਗਵਾਨ ਕ੍ਰਿਸ਼ਨ ਇਸ ਕਰਕੇ ਦੇ ਰਹੇ ਕਿ ਅਸੀਂ ਜੋ ਇਹਨੂੰ ਬਣਾਉਣ ਵਾਲਾ ਹੈ ਉਸ ਨੂੰ ਵੀ ਜਾਣੇ ਕਿ ਉਹ ਹੈ ਕੌਣ, ਉਹ ਕਿਉਂ ਇੰਨਾ ਮਹਾਨ ਹੈ। तो ये सारी चीज़ां ने। और यानी पहला रीजन है संसार तो बाहर निकलना, सांख्यवाद का एक कारण सी कि संसार तो बाहर निकलने ਲਈ ਭਗਵਾਨ ਕ੍ਰਿਸ਼ਨ ਨੇ ਸਾਨੂੰ ਦੱਸਿਆ ਕਿ ਸਟਰਕਚਰ ਕਿਸ ਤਰ੍ਹਾਂ ਬਣਿਆ। ਦੂਜਾ, ਅਸੀਂ ਐਪਰੀਸ਼ੀਏਟ ਕਰੀਏ ਤਾਂ ਕਿ ਅਸੀਂ ਇਹਦੇ ਬਣਾਉਣ ਵਾਲੇ ਨੂੰ ਐਪਰੀਸ਼ੀਏਟ ਕਰ ਸਕੀਏ। ਤੀਜਾ ਹੈ ਸੰਖਿਆ ਯੋਗ ਭਗਵਾਨ ਕ੍ਰਿਸ਼ਨ ਨੇ ਜਾਂ ਕਪਿਲ ਦੇਵ ਨੇ ਇਸ ਕਰਕੇ ਦਿੱਤਾ ਸੀ ਮਾयावाद ਨੂੰ ਖੰਡਨ ਕਰਨ ਦੀ, क्योंकि मायावाद के अंदर सारा कुछ एक है, लेकिन सांख्य कह रहा है कि रियलिटी एक नहीं है, बहुत सारी है, 24 तत्व ने, एक नहीं है। और सांख्य योग जो है एक तरह की थ्योरी है और बुद्धि योग इतने भगवान कृष्ण दूजी गल कह रहे कि अर्जुन हुण पहले मैं तुहानू थ्योरी दसती, सांख्य योग दस्या, हुण मैं तैनू प्रैक्टिकल दस रहा, बुद्धि योग दस रहा। नाउ भगवान कृष्ण गल कर रहे हैं एक्शन की, यानी पहले थ्योरी है फिर एक्शन, यानी बुद्धि योग। ਤੇ ਫਿਰ बुद्धि योग ਤੇ ਭਗਵਾਨ ਕ੍ਰਿਸ਼ਨ ਅਰਜੁਨ ਨੂੰ ਲੈ ਕੇ ਆ ਰਹੇ हैं बुद्धि ਦੇ ਬਾਰੇ, यानी कि भक्ति ਦੇ ਬਾਰੇ ਦੱਸਦੇ हैं, भक्ति योग ਦੇ ਬਾਰੇ ਦੱਸਦੇ हैं। ਤਾਂ ਇਸ ਤਰ੍ਹਾਂ ਭਗਵਾਨ ਕ੍ਰਿਸ਼ਨ ਵੱਲ ਥਿਉਰੀ ਫਿਰ ਪ੍ਰੈਕਟੀਕਲ ਦੀ ਗੱਲ ਕਰ ਰਹੇ हैं। ਪਹਿਲੇ ਅਸੀਂ ਸੰਖਿਆ ਯੋਗ ਦੇ ਬਾਰੇ ਜਾਣੀਏ ਕਿ ਅਸੀਂ ਹੈ ਕੌਣ, ਕਿਸ ਤਰ੍ਹਾਂ ਐਪਰੀਸ਼ੀਏਟ ਕਰੀਏ, ਫਿਰ ਅਸੀਂ ਐਕਸ਼ਨ, ਜਾਂ ਇਸ ਤਰ੍ਹਾਂ ਕਹਿ ਲਓ ਕਿ ਜਦ ਤੱਕ ਸੰਖਿਆ ਯੋਗ ਦਾ ਰੋਲ ਇਹ ਹੈ ਕਿ ਜਦ ਤੱਕ ਸਾਨੂੰ ਇਹ ਨਹੀਂ ਪਤਾ ਕਿ ਡਿਵੋਸ਼ਨ ਦੇ ਵਿੱਚ ਸਾਨੂੰ ਆਪਣੀ એનર્ਜੀ ਕਿੱਥੇ ਲਾਣੀ, ਕਿੱਥੇ ਨਹੀਂ ਲਾਣੀ, ਤਾਂ ਅਸੀਂ ਘੁੰਮਦੇ ਰਵਾਂਗੇ। जिस तरह भगवान कृष्ण ने कहा कि 23 एलिमेंट जो हैं संस्पोतिक है ना, और 24वां एलिमेंट जो है वो इन 23 एलिमेंट्स तो अलग है, तत्वों तो अलग है, 24वां आत्मा। तो जब तक सानू उस 24th एलिमेंट के बारे जानकारी नहीं है तो ਅਸੀਂ ਸੰਸਾਰ ਦੇ ਵਿੱਚ ਹੋਰ ਹੀ ਕੁਝ ਕਰੀ ਜਾਵਾਂਗੇ, એનર્ਜੀ ਗਲਤ ਪਾਸੇ ਲਾਵਾਂਗੇ। ਮੰਨ ਲਓ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਪੇੜ ਹੈ, ਉਹਨੂੰ ਅਸੀਂ ਮੰਨ ਲਓ ਪਾਣੀ ਦੇਣਾ, ਸਾਨੂੰ ਉਹਦੀ ਜੜ ਲੱਭਣੀ ਪਏਗੀ ਨਾ। ਜੇ ਅਸੀਂ ਪੱਤੀਆਂ ਨੂੰ ਪਾਣੀ ਦੇਈ ਜਾਵਾਂਗੇ, ਫੁੱਲਾਂ ਨੂੰ ਪਾਣੀ ਦੇਈ ਜਾਵਾਂਗੇ ਤਾਂ ਉਹਦਾ ਕੋਈ ਜ਼ਿਆਦਾ ਬੈਨੀਫਿਟ ਹੋਣਾ ਨਹੀਂ ਜਦ ਤੱਕ ਜੜ ਨੂੰ ਪਾਣੀ ਨਾ ਦੇਈਏ। ਲੇਕਿਨ ਉਸ ਜੜ ਨੂੰ ਆਪਾਂ ਨੂੰ ਪਤਾ ਵੀ ਤਾਂ ਹੋਣਾ ਚਾਹੀਦਾ ਨਾ ਇਹਦੀ ਜੜ ਕਿੱਥੇ ਹੈ ਤੇ ਕਿਉਂ ਹੈ। ਉਸੇ ਤਰ੍ਹਾਂ 24 ਐਲੀਮੈਂਟ ਭਗਵਾਨ ਕ੍ਰਿਸ਼ਨ ਸੰਖਿਆ ਯੋਗ ਇਸ ਕਰਕੇ ਦਿੱਤਾ ਗਿਆ ਹੈ ਕਿ ਅਸੀਂ ਜਾਣ ਸਕੀਏ ਕਿ ਅਸੀਂ ਹੈ ਕੌਣ ਔਰ ਸਾਡੀ એનર્ਜੀ ਕਿਸ ਤਰ੍ਹਾਂ ਲੱਗਣੀ ਚਾਹੀਦੀ ਹੈ, ਕਿੱਥੇ ਲੱਗਣੀ ਚਾਹੀਦੀ ਹੈ। 24th ਐਲੀਮੈਂਟ ਕੀ ਚੀਜ਼ ਹੈ। ਤਾਂ ਇਹ ਜੋ ਹੈ ਸੰਖਿਆ ਯੋਗ ਹੈ। ਉਹਦੇ ਬਾਅਦ ਭਗਵਾਨ ਕ੍ਰਿਸ਼ਨ ਗੱਲ ਕਰ ਰਹੇ ਇਹਦੇ ਵਿੱਚ ਬੁੱਧੀ ਯੋਗ ਦੀ। ਅਸਲ ਵਿੱਚ ਕਿਤੇ ਵੀ ਬੁੱਧੀ ਯੋਗ ਨਹੀਂ ਹੈ, मतलब कर्म योग है, ज्ञान योग है और उपासना योग, उपासना कांड या ध्यान योग है या भक्ति योग है। बुद्धि योग वर्ड जो है भगवान कृष्ण ने पहली बार यूज किया, पहली बार इंट्रोड्यूस किया है। और शिला प्रभुपाद कह रहे हैं कि बुद्धि का मतलब है कि इस तरह बुद्धि का उपयोग करना कि जिदे नाल भगवान कृष्ण की सेवा हो सके। यानी ਜਦੋਂ ਅਸੀਂ डिवोशन करिए, भक्ति करिए तो अपना दिमाग जो है इंटैलीजेंस ਉਹਨੂੰ ਬੰਦ नहीं करना। जनरली लोग कहते हैं कि भक्ति मतलब भावना और
ਉਹਦੇ 'ਚ ਇੰਟੈਲੀਜੈਂਸ ਦਾ ਕੋਈ ਰੋਲ ਨਹੀਂ ਹੈ। ਲੇਕਿਨ ਭਗਵਾਨ ਕ੍ਰਿਸ਼ਨ ਕਹਿ ਰਹੇ ਭਗਵਦ ਗੀਤਾ ਦੇ ਵਿੱਚ ਬੁੱਧਾ ਭਾਵ ਸਮਨਵਿਤਾ, ਕਿ ਪਹਿਲਾਂ ਬੁੱਧੀ ਹੈ ਫਿਰ ਭਾਵ। ਬਿਨਾਂ ਬੁੱਧੀ ਤੋਂ ਜਿਹੜੇ ਭਾਵ ਆਣਗੇ, ਜੋ ਫੀਲਿੰਗਸ ਆਣਗੀਆਂ, ਉਹ ਨਕਲੀ ਹੈ, ਇਹ ਛਾਇਆ ਹੈ, ਉਹ ਅਸਲੀ ਨਹੀਂ ਹੋ ਸਕਦੀ। ਨੌਲੇਜ ਬੇਸਡ ਹੋਣੀ ਚਾਹੀਦੀ ਹੈ, ਤਾਂ ਉਹ ਪੱਕੀਆਂ ਹੋਣਗੀਆਂ, ਮੈਚਿਓਰਡ ਹੋਣਗੀਆਂ, ਨਹੀਂ ਤਾਂ ਉਹ ਥੋੜੇ ਟਾਈਮ ਆਣਗੀਆਂ, ਚਲੀ ਜਾਣਗੀਆਂ। ਉਹ ਬਹੁਤ ਹੀ मतलब कि शैलो लेवल पे रहणगीਆਂ, मतलब बाहर ही रहणगीਆਂ, मतलब डीप नहीं जाणगीਆਂ। थोड़ा सबकॉन्शियस माइंड जो है थोड़ा ਉਹ ਹਜੇ ਵੀ ਸੰਸਾਰ ਦੇ ਨਾਲ ਅਟੈਚ ਹੋਏਗਾ, ਜੇ ਨੌਲੇਜ ਨਹੀਂ ਹੋਏਗੀ, ਬੁੱਧੀ ਨਹੀਂ ਹੋਏਗੀ। ਇਸ ਕਰਕੇ ਭਗਵਾਨ ਕ੍ਰਿਸ਼ਨ ਕਹਿ ਰਹੇ ਕਿ ਹੁਣ ਮੈਂ ਤੁਹਾਨੂੰ ਬੁੱਧੀ ਯੋਗ ਬਾਰੇ ਦੱਸ ਰਿਹਾ, ਕਿ ਪਹਿਲਾਂ ਮੈਂ ਥਿਉਰੀ ਦੱਸਦੀ ਨਾ, ਹੁਣ ਇਸ ਇੰਟੈਲੀਜੈਂਸ ਨੂੰ ਸਮਝ ਕੇ ਤੂੰ ਕਿਸ ਤਰ੍ਹਾਂ ਭਗਤੀ योग कर सकता है। और भगवान श्रील प्रभुपाद भी लेक्चर ਵਿੱਚ ਕਹਿ ਰਹੇ ਕਿ बुद्धि योग का मतलब है प्रीति पूर्वक ददामी बुद्धि योगम तम येन माम उपयान्ते, कि मैं उन्हां नूं बुद्धि देना जेड़े मेरी प्रीति पूर्वक सेवा करते हैं। और भागवतम दे विच याद है यजन्ते ही सुमेधसा, ये कि जो संकीर्तन कौन करेगा, भागवतम विच आ रहा है जो सुमेधसा, जो इंटेलिजेंट है, वही कीर्तन कर सकते हैं, वही डिवोशन कर सकते हैं। यानी कि डिवोशन ਕਰਨ ਲਈ, ਭਗਤੀ ਕਰਨ ਲਈ ਜਾਂ ਸੰਕੀਰਤਨ ਕਰਨ ਲਈ, ਜਪ ਕਰਨ ਦੇ ਲਈ ਸਾਨੂੰ ਇੰਟੈਲੀਜੈਂਸ ਚਾਹੀਦੀ ਹੈ। ਬਿਨਾ ਇੰਟੈਲੀਜੈਂਸ ਤੋਂ ਨਾ ਮਨ लगेगा और ना ही इस संसार तो जो है आसक्ति खत्म होगी। और इसलिए भगवान कृष्ण ਇਹਦੇ ਵਿੱਚ ਕਹਿ ਰਹੇ ਕਿ ਹੁਣ ਅਰਜੁਨ ਮੈਂ ਤੈਨੂੰ ਬੁੱਧੀ ਯੋਗ ਦਿਆਂਗਾ। ਠੀਕ ਹੈ, ਤਾਂ ਇਸ ਤਰ੍ਹਾਂ ਇਹ ਜੋ ਸ਼ਲੋਕ ਹੈ ਬਹੁਤ ਹੀ ਅਮੇਜ਼ਿੰਗ ਸ਼ਲੋਕ ਹੈ, ਜਿਹਦੇ ਵਿੱਚ कुछ वर्ड्स जो है फर्स्ट टाइम यूज हुए हैं, लाइक संख्या, बुद्धि, योग, और ਇਹਦੇ ਬਾਰੇ ਵਰਣਨ ਕਰ ਰਹੇ हैं। सो डिवोटीज ਨੂੰ ਚਾਹੀਦਾ ਹੈ ਕਿ सांख्य योग ਨੂੰ ਵੀ ਸਮਝਣ कि सांख्य योग है कि और क्यों है। थैंक यू। हरे कृष्णा। श्रील प्रभुपाद की जय। जे किसी का कोई प्रश्न हो तो पूछ सकते हैं। हरे कृष्णा। जे किसी का कोई प्रश्न हो तो पूछ सकते हैं। हरे कृष्णा। जेकर ਤੁਹਾਡਾ ਕੋਈ ਪ੍ਰਸ਼ਨ ਹੈ ਤਾਂ ਤੁਸੀਂ ਪੁੱਛ ਵੀ ਸਕਦੇ ਹੋ ਤੇ ਚੈਟ ਬਾਕਸ 'ਚ ਲਿਖ ਵੀ ਸਕਦੇ ਹੋ। ਤੁਸੀਂ ਅਨਮਿਊਟ ਕਰ ਸਕਦੇ ਹੋ, ਆਪਸ਼ਨ ਖੁੱਲੀ ਹੈ। ਜੇਕਰ ਕਿਸੇ ਦਾ ਅੱਜ ਦੇ ਵਿਸ਼ੇ ਨੂੰ ਲੈ ਕੇ ਕੋਈ ਪ੍ਰਸ਼ਨ ਹੈ ਜਾਂ ਕੋਈ ਹੋਰ ਪ੍ਰਸ਼ਨ ਹੈ, ਉਹ ਵੀ ਪ੍ਰਭੂ ਜੀ ਤੋਂ ਪੁੱਛ ਸਕਦੇ ਹੋ। वैसे आज का जो डिवोटीज बहुत ही डिफिकल्ट टॉपिक है, मतलब सांख्य योग इट्स नॉट अ इजी टॉपिक, आसान नहीं है टॉपिक ਨੂੰ ਸਮਝਣਾ। और जनरली डिवोटीज इंटरेस्ट भी नहीं लेंगे, लेकिन अगर इसी इंटरेस्ट लईए तो बहुत कुछ निकल सकता है और ਅਸੀਂ ਫਿਲਾਸਫਿਕਲੀ ਬਹੁਤ ਸਾਊਂਡ ਹੋ ਸਕਦੇ हैं। और ਜਦੋਂ ਅਸੀਂ ਪ੍ਰਚਾਰ ਕਰਨ ਜਾਂਦੇ ਹਾਂ ਤਾਂ ਅਸੀਂ ਮੂੰਹ ਤੋੜ ਜਵਾਬ ਵੀ ਦੇ ਸਕਦੇ ਹਾਂ। ਤੇ ਕਿਸੇ ਦਾ ਕੋਈ ਪ੍ਰਸ਼ਨ नहीं? अबे अगर किसी का कोई प्रश्न चैट बॉक्स ही चाहे तो मैंने पढ़ के दस दियो। हाँ जी प्रभु जी, क्वेश्चन कोई नहीं है प्रभु जी। ओके, कोई कमेंट? कमेंट प्रभु जी, थैंक यू प्रभु जी फॉर knowledgeable lecture, topic was quite tough. Yeah, it was tough, very tough. Sankhya Yoga. प्रभु जी मेरे डिवोटीज ਨੂੰ ਤਾਂ ਇਹ ਵੀ ਯਾਦ ਰਹਿੰਦਾ ਕਿ ਪੰਜ ਗਿਆਨ ਇੰਦਰੀਆਂ ਕਿਹੜੀਆਂ ਨੇ, ਕਰਮ ਇੰਦਰੀਆਂ ਕਿਹੜੀਆਂ ਨੇ, ਉਹਦੇ ਚ ਕੰਫਿਊਜ਼ ਰਹਿੰਦੇ। ਫਿਰ ਪੰਜ ਤਨ ਮਾਤਰਾਵਾਂ ਨੇ, ਫਿਰ ਪੰਜ ਮਹਾਭੂਤ ਤੱਤ ਹੈ, ਫਿਰ ਮਨ ਹੈ, बुद्धि है, अहंकार है। very difficult. Yeah, but ਜੇ थर्ड कैंटो भागवतम ਦਾ ਜੇ ਪੜੀਏ ਤਾਂ ਇਹਦੀ और डिटेल ਮਿਲ ਸਕਦੀ ਹੈ। और अच्छा भी है क्योंकि जे ਅਸੀਂ ਇਹਨੂੰ ਸਮਝਾਂਗੇ ਤਾਂ ਅਸੀਂ ਐਪਰੀਸ਼ੀਏਟ ਕਰ ਸਕਾਂਗੇ ਭਗਵਾਨ ਕ੍ਰਿਸ਼ਨ, क्योंकि सारा कुछ होना तो है। और इस संसार तो जो निकलना है भी ਅਸੀਂ इस चीज ਵਿੱਚ नहीं फसना। जनरली डिवोटीज कई बार इंटेलिजेंस ਵਿੱਚ फस जाते हैं। चलो मैं मान लेना कि अहंकार बहुत सटल है, आसान नहीं है। ਤੁਸੀਂ क्रॉस लेवल ਤੇ अहंकार ਤੋਂ ਘਮंड ਤੋਂ निकल सकते हो, लेकिन एक सटल लेवल ਤੇ भी है, बहुत सारी चीजें चल रही हैं, ਉੱਥੋਂ निकलना आसान नहीं है।
देन मन तो निकलना आसान नहीं है, क्योंकि कोई इंटेलिजेंस यानी जो कॉन्सैप्ट्स हैं साडियां अपनी ਅਸੀਂ कई धारनावां बना लेंगे हैं और सानू लगता है कि वो सही है, उन्होंने तो निकलना भी आसान नहीं है। जिन्हें बड़े बड़े फिलासफर्स हैं वो कहते हैं कि ये संसार कुछ नहीं है, सिर्फ विचारधारा है ना, कॉन्सैप्ट है। यानी कि जे ਅਸੀਂ बड़े बड़े फिलासफर्स ਨੂੰ ਸਾਇੰਟਿਸਟਾਂ ਨੂੰ ਹਰਾਣਾ ਤਾਂ ਸਾਨੂੰ ਪਤਾ ਹੋਣਾ ਚਾਹੀਦਾ सांख्य योग ਦੀ ਕਨਸੈਪਟਸ क्या चल रही हैं। अदरवाइज ਅਸੀਂ नॉलेजेबल नहीं कहा अपने आप में, क्योंकि जो ज्ञान है वो जो साइंस है या फिलासफर है वो हर चीज की डिटेल ਦੇ ਵਿੱਚ ਜਾਂਦਾ ਹੈ। और भगवान कृष्ण भी ਸਾਨੂੰ कह रहे हैं कि जो मेरे डिवोटी हैं वो डिटेल ਦੇ ਵਿੱਚ ਜਾਣ, इंटेलिजेंट बनन। मतलब सुपरफिशियल लेवल पे या सेंटिमेंटल लेवल में मतलब क्या है यार ठीक है जस्ट चैट नाइसली एंड बी हैप्पी, इट्स नॉट लाइक दैट। मतलब भगवान कृष्ण इस गल नहीं कह रहे कि अंडरस्टैंड स्क्रूटनाइजिंग बहुत ही गहराई दे नाल समझो सांख्य योग ਨੂੰ। मतलब कि ये तत्व की है वो एक तत्व किस तरह काम करता है, किस तरह क्रिएशन हुई ना, और ਉਹਦੇ ਕਿਹੜੇ ਕਿਹੜੇ तत्व काम कर रहे हैं। जिस तरह धरती तो गंध आती है ना, ये मतलब बहुत ही यूनिक कॉन्सेप्ट है। मतलब कि और अग्नि तो रूप आंदा है, बहुत ही अमेजिंग है। मतलब जे ਅਸੀਂ ਨੂੰ ਹੋਰ ਨਿਖੇੜੀ ਤਾਂ ਬਹੁਤ ਕੁਝ ਪਤਾ ਲੱਗ ਸਕਦਾ ਹੈ। ਅੱਜ ਦੀ ਸਾਇੰਸ ਇਸੇ ਤੱਤਾਂ ਤੇ ਟਿਕੀ ਹੋਈ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਇਹ ਸਾਡੀ ਸਾਇੰਸ ਆਲਰੇਡੀ ਡਿਵੈਲਪਡ ਹੈ। ਸਾਇੰਸ ਤਾਂ ਅੱਜ ਖੋਜ ਦੀ ਕਿ ਇਹਨਾਂ ਚੀਜ਼ਾਂ ਤੋਂ ਇਹ ਚੀਜ਼ਾਂ ਆ ਰਹੀਆਂ ਨੇ, वेदांश पता ਦਿੱਤੀ ਹੋਈ ਹੈ, लेकिन ਸਾਨੂੰ पता होना चाहिए लाइक दैट। ठीक है प्रभु जी, लगता है किसी का कोई प्रश्न तो है नहीं। ओके, थैंक यू प्रभु जी, बहुत बहुत धन्यवाद होगा प्रभु जी। हरे कृष्णा। श्रील प्रभुपाद की जय।